ਮਾਂ ਬੇਟਾ ਰੂਪਾ ਨਾਮ ਤੇ ਆਮੇਨ। ਆਪਣੇ ਪ੍ਰਭੂ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਫਿਰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਕਿ ਅਸੀਂ ਉਸ ਦਾ ਧੰਨਵਾਦ ਕਰੀਏ, ਉਸ ਦੇ ਵਚਨ ਪੜ੍ਹ ਕੇ ਆਪਣੇ ਭੈਣ ਭਰਾਵਾਂ ਨੂੰ ਸੁਣਾਈਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਅਕਲ ਬੁੱਧੀ ਗਿਆਨ ਦੇਵੇ ਕਿ ਅਸੀਂ ਉਸ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਮੇਰੇ ਭੈਣ ਭਰਾਵੋ, ਸਭ ਤੋਂ ਪਹਿਲਾਂ ਮੈਂ ਆਪਦੇ ਅੱਗੇ ਬੇਨਤੀ ਕਰਦਾ ਕਿ ਜੋ ਅਸੀਂ ਹਰ ਰੋਜ਼ ਰੀਡਿੰਗ ਕਰਦੇ ਹਾਂ, ਸਭ ਤੋਂ ਪਹਿਲਾਂ ਹੁਣ YouTube 'ਤੇ ਕਰਦੇ ਹਾਂ, ਫਿਰ ਇਸ ਨੂੰ WhatsApp 'ਤੇ ਭੇਜਦੇ ਹਾਂ। ਜਿਸ ਤਰ੍ਹਾਂ ਮੈਂ ਪਿਛਲੇ ਸ਼ਨੀਵਾਰ ਵੀ ਇਸੇ ਤਰ੍ਹਾਂ ਕੀਤਾ ਸੀ, ਕਿਉਂਕਿ ਹਰ ਰੋਜ਼ ਦੀ ਰੀਡਿੰਗ ਜੋ ਵੀਡੀਓ ਰਿਕਾਰਡਿੰਗ ਹੁੰਦੀ ਹੈ ਅਤੇ ਅਸੀਂ WhatsApp ਉੱਪਰ ਇੰਨਾ ਜ਼ਿਆਦਾ ਲੰਬੀ ਰਿਕਾਰਡਿੰਗ ਨਹੀਂ ਭੇਜ ਸਕਦੇ ਹਰ ਰੋਜ਼। ਇਸ ਕਰਕੇ YouTube 'ਤੇ ਸ਼ੁਰੂ ਕੀਤੀ ਹੈ ਔਰ YouTube ਤੋਂ WhatsApp 'ਤੇ ਪਲੀਜ਼ ਤੁਸੀਂ 21 ਮਿੰਟ ਜੋ 22 ਮਿੰਟ ਜਿੰਨੀ ਵੀ ਰਿਕਾਰਡਿੰਗ ਹੁੰਦੀ ਹੈ ਜ਼ਰੂਰ ਸੁਣਨਾ। ਖੁਦਾ ਆਪ ਨੂੰ ਸਾਰਿਆਂ ਨੂੰ ਜ਼ਰੂਰ ਬਰਕਤ ਦੇਵੇਗਾ। ਮੈਂ ਆਪਦਾ ਭਰਾ ਚਮਨ ਸ਼ੋਨ ਇੱਕ ਮਿਡਲ ਨਾਮ ਮੇਰਾ, ਜੋ ਮੇਰੇ ਬਪਤਿਸਮ ਦਾ ਨਾਂ ਹੈ, ਇਸ ਦਾ ਮੀਨਿੰਗ ਹੈ ਜੌਨ। ਔਰ ਪ੍ਰਭੂ ਪਰਮੇਸ਼ਰ ਦੀ ਕਿਰਪਾ ਨਾਲ 22 ਸਾਲ ਤੋਂ ਪ੍ਰਭੂ ਦਾ ਕੰਮ ਕਰਦੇ ਆ ਰਹੇ ਹਾਂ। ਸਾਡੇ ਪੰਜਾਬੀ ਰੋਜ਼ਰੀ ਬਾਈਬਲ ਸਤਸੰਗ UK ਦਾ ਇੱਕ ਰਿਲੀਜੀਅਸ ਗਰੁੱਪ ਹੈ, ਧਾਰਮਿਕ ਗਰੁੱਪ ਹੈ, ਜਿਸ ਦੀ ਅਗਵਾਈ ਸਾਡੇ ਮਾਨਯੋਗ ਫਾਦਰ ਜੋਰਜ ਵੜੈਚ ਜੀ ਕਰਦੇ ਹਨ। ਅਸੀਂ ਸਭ ਉਹਨਾਂ ਦੇ ਨਾਲ ਮਿਲ ਕੇ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਂਦੇ ਹਾਂ ਅਤੇ ਵਧਾਉਂਦੇ ਹਾਂ, ਜਿਸ ਤੋਂ ਆਪ ਸਾਰੇ ਸੁਣ ਕੇ ਪ੍ਰਭੂ ਕੋਲੋਂ ਬਹੁਤ ਬਰਕਤਾਂ ਹਾਸਲ ਕਰਦੇ ਹੋ। ਮੇਰਾ ਮੋਬਾਈਲ ਨੰਬਰ, ਜੇਕਰ ਕਿਸੇ ਭੈਣ ਭਰਾਵਾਂ ਨੇ ਪ੍ਰਾਰਥਨਾ ਕਰਨ ਲਈ ਮੈਸੇਜ ਭੇਜਣਾ YouTube 'ਤੇ ਜਾਂ ਕਮੈਂਟ ਕਰਨਾ ਜਾਂ ਸ਼ੇਅਰ ਕਰਨਾ, ਮੋਬਾਈਲ ਨੰਬਰ 0044 075 802 85218 0044। ਤੁਸੀਂ ਜੇ ਬਾਹਰੋਂ ਦੂਸਰੇ ਕੰਟਰੀਜ਼ ਤੋਂ ਕਰਨਾ ਤਾਂ ਤੁਸੀਂ ਇਹ ਇੰਗਲੈਂਡ ਦਾ ਕੋਡ ਨੰਬਰ ਹੈ 0044। ਮੇਰਾ ਮੋਬਾਈਲ ਨੰਬਰ ਹੈਗਾ 075 802 85218, ਯਾਨੀ ਪੰਜਾਬੀ 'ਚ 075 80 285218। ਪਲੀਜ਼ ਇਸ ਲਿੰਕ ਨੂੰ ਜੋ ਮੈਂ WhatsApp 'ਤੇ ਭੇਜਦਾ ਜ਼ਰੂਰ ਸੁਣਿਆ ਕਰਨਾ। ਵੀ 1 ਮਿੰਟ ਦੀ ਰੀਡਿੰਗ ਹੁੰਦੀ ਹੈ। ਪਲੀਜ਼ ਘੱਟ ਤੋਂ ਘੱਟ ਕੋਸ਼ਿਸ਼ ਕਰਦਾ ਵੀ ਬਹੁਤ ਲੰਬੀ ਰੀਡਿੰਗ ਨਾ ਹੋਵੇ, ਰਿਕਾਰਡਿੰਗ ਨਾ ਹੋਵੇ, ਅਤੇ ਪਲੀਜ਼ ਜ਼ਰੂਰ ਸੁਣਨਾ। ਖੁਦਾ ਆਪ ਸਾਰਿਆਂ ਨੂੰ ਜ਼ਰੂਰ ਬਰਕਤ ਦੇਵੇਗਾ। ਅਸੀਂ ਅੱਜ ਸੰਤ ਪੌਲੁਸ ਦਾ ਖੱਤ, ਪਹਿਲਾ ਖੱਤ ਕਰੰਥੀਅਨ ਦਾ ਲੈਟਰ, ਚੈਪਟਰ 15 1 ਤੋਂ 8 ਐਤਾਂ ਵਿੱਚ ਜੋ ਵੀ ਵਚਨ ਲਿਖਿਆ ਹਨ ਉਹਨਾਂ ਵਚਨ 'ਤੇ ਅਸੀਂ ਵਿਚਾਰ ਕਰਾਂਗੇ। ਫਸਟ ਲੈਟਰ ਆਫ ਕਰੰਥੀਅਨ ਚੈਪਟਰ 15 verses 1 till 8, the resurrection of Christ, ਪ੍ਰਭੂ ਯਿਸੂ ਦਾ ਜੀ ਉੱਠਣਾ। ਮੇਰੇ ਭੈਣ ਭਰਾ ਜਿਹੜੇ ਪਵਿੱਤਰ ਬਾਈਬਲ ਪੜ੍ਹਦੇ ਹਨ ਜਾਣਦੇ ਆ ਕਿ ਇਹ ਖੱਤ ਸਾਊਲ ਦਾ ਲਿਖਿਆ ਹੈ, ਜਿਸ ਨੂੰ ਅਸੀਂ ਸੰਤ ਪੌਲ ਵੀ ਕਹਿੰਦੇ ਹਾਂ, ਜਿਹੜਾ ਪਹਿਲਾਂ ਕ੍ਰਿਸਚਨ ਲੋਕਾਂ ਨੂੰ ਬਹੁਤ ਮਾਰਦਾ ਕੁੱਟਦਾ ਅਤੇ ਫੜ ਕੇ ਜੇਲ੍ਹਾਂ ਕਰਦਾ ਸੀ। ਪ੍ਰਭੂ ਯਿਸੂ ਨੇ ਇਸ ਨੂੰ ਦਰਸ਼ਨ ਦੇ ਕੇ ਇੰਨੀ ਸ਼ਕਤੀ ਦਿੱਤੀ ਕਿ ਇਸ ਨੇ ਸਭ ਕੁਝ ਛੱਡ ਕੇ ਪ੍ਰਭੂ ਯਿਸੂ ਦਾ ਪ੍ਰਚਾਰ ਦੁੱਖ ਮੁਸ਼ਕਲਾਂ ਸਹਿ ਕੇ ਕੀਤਾ। ਸੰਤ ਪੌਲੁਸ ਨੇ ਯਹੂਦੀਆਂ ਅਤੇ ਗੈਰ ਯਹੂਦੀ ਲੋਕਾਂ ਵਿੱਚ ਪ੍ਰਭੂ ਯਿਸੂ ਦਾ ਪ੍ਰਚਾਰ ਕੀਤਾ। ਉਹ ਕਈਆਂ ਨੇ ਵਿਸ਼ਵਾਸ ਕੀਤਾ, ਕਈਆਂ ਨੇ ਨਹੀਂ। ਅੱਜ ਦੇ ਸਮੇਂ ਵੀ ਕੁਝ ਲੋਕ ਪ੍ਰਭੂ ਯਿਸੂ 'ਤੇ ਵਿਸ਼ਵਾਸ ਕਰਦੇ ਹਨ, ਕੁਝ ਲੋਕ ਨਹੀਂ ਕਰਦੇ ਹਨ। ਸੰਤ ਪੌਲੁਸ ਪ੍ਰਚਾਰ ਵਿੱਚ ਕਰੰਥੀਅਨ ਦੀ ਵਿਸ਼ਵਾਸ ਸੰਗਤ ਦੇ ਲੋਕਾਂ ਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਯਿਸੂ ਉੱਪਰ ਵਿਸ਼ਵਾਸ ਕਰੋਗੇ ਤਾਂ ਤੁਸੀਂ ਬਚਾਏ ਜਾਓਗੇ। ਸੰਤ ਪੌਲੁਸ ਲੋਕਾਂ ਨੂੰ ਦੱਸਦਾ ਕਿ ਅਸੀਂ ਮਸੀਹ ਦੇ ਪਵਿੱਤਰ ਖੂਨ ਦੇ ਦੁਆਰਾ ਹੀ ਸਾਡੇ ਪਾਪਾਂ ਦੀ ਮਾਫੀ ਸਾਨੂੰ ਮਿਲੀ ਹੈ, ਕਿਉਂ ਪ੍ਰਭੂ ਯਿਸੂ ਨੇ ਸਾਡੇ ਪਾਪਾਂ ਦੀ ਖਾਤਰ ਸਲੀਬ ਉੱਪਰ ਜਾਨ ਦਿੱਤੀ ਹੈ, ਸਲੀਬ ਉੱਪਰ ਮਰ ਗਿਆ। ਜਿਸ ਤਰ੍ਹਾਂ ਵੀ ਪੁਰਾਣੇ ਨਿਯਮ ਵਿੱਚ ਉਸ ਦੇ ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਅਸੀਂ ਪੜ੍ਹ ਸਕਦੇ ਹਾਂ ਅਜ਼ਾਇਆ ਚੈਪਟਰ 53 verses 5 till 9, ਯਸਾਇਆ ਦੀ ਪੁਸਤਕ ਚੈਪਟਰ 53 5 ਤੋਂ 9 ਆਇਤਾਂ। ਇਹ ਸਭ ਪਰਮੇਸ਼ਰ ਦੇ ਪਲਾਨ ਦੇ ਮੁਤਾਬਕ ਹੋਇਆ ਸੀ। ਜੋ ਯਿਸੂ ਉੱਪਰ ਵਿਸ਼ਵਾਸ ਕਰੇਗਾ ਮੁਕਤੀ ਹਾਸਲ ਕਰੇਗਾ। ਪ੍ਰਭੂ ਯਿਸੂ ਨੂੰ ਦੱਬਿਆ ਗਿਆ ਅਤੇ ਤੀਜੇ ਦਿਨ ਧਾਰਮਿਕ ਵਚਨਾਂ ਦੇ ਅਨੁਸਾਰ, ਪੁਰਾਣੇ ਨੇਮ ਦੇ ਵਚਨਾਂ ਦੇ ਅਨੁਸਾਰ ਮੁਰਦਿਆਂ ਵਿੱਚੋਂ ਜਿਉਂਦੇ ਕੀਤੇ ਗਏ।
ਕੁਝ ਲੋਕ ਇਸ ਸਮੇਂ ਵੀ ਵਿਸ਼ਵਾਸ ਨਹੀਂ ਕਰਦੇ ਕਿ ਯਿਸੂ ਮਸੀਹ ਸੱਚ ਹੀ ਜਿੰਦਾ ਕੀਤੇ ਗਏ ਹਨ, ਕਿ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ। ਸੰਤ ਪੌਲੁਸ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਿਸੂ ਮਸੀਹ ਨੇ ਆਪਣੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਆਪਣੇ 12 ਚੇਲਿਆਂ ਨੂੰ ਅਤੇ ਯਾਕੂਬ ਨੂੰ ਦਰਸ਼ਨ ਦਿੱਤੇ। ਇਸ ਤੋਂ ਬਾਅਦ ਪ੍ਰਭੂ ਨੇ 500 ਤੋਂ ਜ਼ਿਆਦਾ ਲੋਕਾਂ ਨੂੰ ਦਰਸ਼ਨ ਦਿੱਤੇ। ਸੰਤ ਪੌਲੁਸ ਕਹਿੰਦਾ ਅਖੀਰ ਤੇ ਪ੍ਰਭੂ ਯਿਸੂ ਨੇ ਮੈਨੂੰ ਦਰਸ਼ਨ ਦਿੱਤੇ। ਸੰਤ ਪੌਲੁਸ ਦੱਸਦਾ ਯਾਕੂਬ ਜਿਸ ਯਿਸੂ ਦਾ ਰਿਸ਼ਤੇਦਾਰਾਂ ਵਿੱਚੋਂ ਬ੍ਰਦਰ ਸੀ, ਭਰਾ ਸੀ, ਉਹ ਪਹਿਲਾਂ ਵਿਸ਼ਵਾਸ ਨਹੀਂ ਕਰਦਾ ਸੀ। ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸਨੇ ਵਿਸ਼ਵਾਸ ਕੀਤਾ ਅਤੇ ਯਰੂਸ਼ਲਮ ਵਿੱਚ ਚਰਚ ਦਾ ਲੀਡਰ ਬਣ ਗਿਆ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਐਕਟਸ ਚੈਪਟਰ 15 ਵਰਸ 13, ਚੇਲੇ ਦੇ ਕਰਤੱਵ ਚੈਪਟਰ 15 ਦੀ 13 ਆਇਤ। ਯਾਕੂਬ ਨੇ ਇੱਕ ਨਵੇਂ ਨੇਮ ਵਿੱਚ ਖੱਤ ਵੀ ਲਿਖਿਆ ਹੈ, ਲੈਟਰ ਵੀ ਲਿਖਿਆ, ਜਿਹਨੂੰ ਅਸੀਂ ਕਹਿੰਦੇ ਹਾਂ ਯਾਕੂਬ ਦਾ ਖੱਤ, ਜੇਮਸ ਦਾ ਖੱਤ। ਸੰਤ ਪੌਲੁਸ ਵੀ ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਗਵਾਹੀ ਦਿੰਦਾ ਹੈ। ਐਕਟਸ ਚੈਪਟਰ 9 ਵਰਸਸ 3 till 6, ਇਸ ਬਾਰੇ ਵਿੱਚ ਪੜ੍ਹ ਸਕਦੇ ਹਾਂ ਚੇਲਿਆਂ ਦੇ ਕਰਤੱਵ ਚੈਪਟਰ 9 3 ਤੋਂ 6 ਆਇਤਾਂ। ਦੂਸਰੇ ਚੇਲਿਆਂ ਨੇ ਪ੍ਰਭੂ ਯਿਸੂ ਨੂੰ ਮਨੁੱਖੀ ਸਰੀਰ ਵਿੱਚ ਦੇਖਿਆ ਸੀ। ਮੇਰੇ ਭੈਣ ਭਰਾ, ਪ੍ਰਭੂ ਦੇ ਚੇਲੇ ਅਤੇ ਵਿਸ਼ਵਾਸੀ ਦਿਵਾਂਗ ਪ੍ਰਭੂ ਯਿਸੂ ਦੀ ਅਸੀਂ ਵੀ ਗਵਾਹੀ ਦੇਣੀ ਹੈ, ਕਿਉਂਕਿ ਉਹੀ ਮੁਕਤੀ ਦੇਣ ਵਾਲਾ ਹੈ ਅਤੇ ਸਵਰਗੀ ਜੀਵਨ ਦੇਣ ਵਾਲਾ ਹੈ। ਉਹਦੇ ਸਵਰਗਾਂ ਦਾ ਰਸਤਾ ਉਸਨੇ ਹੀ ਸਾਨੂੰ ਦਿਖਾਇਆ ਹੈ। ਇਸ ਲਈ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ ਅਤੇ ਪ੍ਰਭੂ ਆਪ ਸਭ ਨੂੰ ਬਰਕਤਾਂ ਅਤੇ ਅਸੀਸਾਂ ਦੇ ਭਾਗੀਦਾਰ ਬਣਾਵੇਗਾ। ਅਸੀਂ ਪਵਿੱਤਰ ਬਾਈਬਲ 'ਚੋਂ ਸੰਤ ਯੂਹੰਨਾ ਦੀ ਇੰਜੀਲ ਚੈਪਟਰ 14 6 ਤੋਂ 14 ਆਇਤਾਂ ਵਿੱਚ ਜੋ ਵੀ ਪ੍ਰਭੂ ਦੇ ਵਚਨ ਸਾਨੂੰ ਦੱਸਦੇ ਹਨ ਉਹ ਪੜ੍ਹਾਂਗੇ। ਜੀਸਸ ਇਜ਼ ਦਾ ਵੇ ਟੂ ਦਾ ਫਾਦਰ। ਪ੍ਰਭੂ ਯਿਸੂ ਹੀ ਪਿਤਾ ਕੋਲ ਪਹੁੰਚਣ ਦਾ ਰਾਹ ਹੈ। ਯਿਸੂ ਨੇ ਉਸਨੂੰ ਉੱਤਰ ਦਿੱਤਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ ਹਾਂ, ਮੈਂ ਹੀ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੋ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ। ਫਿਲਿਪਸ ਨੇ ਉਹਨਾਂ ਨੂੰ ਕਿਹਾ, ਪ੍ਰਭੂ ਜੀ ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ, ਸਾਡੇ ਲਈ ਇਹੀ ਬਹੁਤ ਹੈ। ਯਿਸੂ ਨੇ ਉਸ ਨੂੰ ਕਿਹਾ, ਫਿਲਿਪਸ ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ। ਜਿਸ ਨੇ ਮੇਰੇ ਦਰਸ਼ਨ ਕੀਤੇ ਹਨ ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਹਾਂ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ? ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ। ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੇਰੇ ਉੱਪਰ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ। ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ। ਤੁਹਾਨੂੰ ਸੱਚ ਮੈਂ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ ਇਹ ਕੰਮ ਕਰਨਗੇ ਜਿਹੜੇ ਮੈਂ ਕੰਮ ਕਰ ਰਿਹਾ ਹਾਂ, ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ। ਜੋ ਕੁਝ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ, ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇਗੀ। ਜੇਕਰ ਤੁਸੀਂ ਮੇਰਾ ਨਾਂ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨਾ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਪ੍ਰਭੂ ਯਿਸੂ ਆਪਣੇ ਵਿਸ਼ਵਾਸੀ ਚੇਲਿਆਂ ਨੂੰ ਕਹਿੰਦੇ ਸਨ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ। ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ। ਥੋਮਾ ਪ੍ਰਭੂ ਦੇ ਚੇਲਿਆਂ ਵਿੱਚ ਇੱਕ ਚੇਲੇ ਨੇ ਕਿਹਾ, ਪ੍ਰਭੂ ਜੀ ਅਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਅਸੀਂ ਰਾਹ ਵੀ ਨਹੀਂ ਜਾਣਦੇ ਕਿ ਕਿਸ ਰਾਹ ਤੁਸੀਂ ਜਾ ਰਹੇ ਹੋ। ਪ੍ਰਭੂ ਜੀ ਨੇ ਥੋਮਾ ਨੂੰ ਕਿਹਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ ਹਾਂ ਅਤੇ ਮੈਂ ਹੀ ਜੀਵਨ ਹਾਂ।
ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਮੇਰੇ ਭੈਣ ਭਰਾਵੋ, ਇਹ ਪ੍ਰਭੂ ਯਿਸੂ ਦੇ ਮੂੰਹ ਵਿੱਚੋਂ ਨਿਕਲੇ ਹੋਏ ਵਚਨ ਹਨ, ਸ਼ਬਦ ਹਨ। ਕਿਸੇ ਪ੍ਰਚਾਰ ਕਰਨ ਵਾਲੇ ਦੇ ਆਪਣੇ ਵਚਨ ਨਹੀਂ ਹਨ। ਇਸ ਲਈ ਵਿਸ਼ਵਾਸ ਕਰੋ, ਪ੍ਰਭੂ ਪਰ ਵਿਸ਼ਵਾਸ ਕਰੋ। ਪ੍ਰਭੂ ਦੇ ਚੇਲੇ ਫਿਲਿਪਸ, ਜਿਸ ਦੀ ਅੱਜ ਫੀਸਟ ਹੈ, ਉਸਨੇ ਕਿਹਾ, ਪ੍ਰਭੂ ਜੀ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ। ਪ੍ਰਭੂ ਯਿਸੂ ਨੇ ਫਿਲਿਪਸ ਨੂੰ ਉੱਤਰ ਦਿੱਤਾ ਅਤੇ ਕਿਹਾ, ਫਿਲਿਪਸ, ਮੈਂ ਤੁਹਾਡੇ ਨਾਲ ਲੰਮੇ ਸਮੇਂ ਤੋਂ ਆ ਰਿਹਾ ਹਾਂ। ਲੰਮੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਪਛਾਣਿਆ। ਪ੍ਰਭੂ ਯਿਸੂ ਨੇ ਕਿਹਾ, ਜਿਸ ਨੇ ਮੇਰੇ ਦਰਸ਼ਨ ਕੀਤੇ ਉਸਨੇ ਪਿਤਾ ਦੇ ਦਰਸ਼ਨ ਕੀਤੇ ਹਨ। ਮੇਰੇ ਭੈਣ ਭਰਾਵੋ, ਪ੍ਰਭੂ ਕੋਲ ਪਹੁੰਚਣ ਲਈ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰਨਾ ਜ਼ਰੂਰੀ ਹੈ। ਪਰਮੇਸ਼ਰ ਦੇ ਵਚਨਾਂ ਨੂੰ ਪਲੀਜ਼ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਯਿਸੂ ਰਾਹੀਂ ਹੀ ਪਰਮੇਸ਼ਰ ਨਾਲ ਅਸੀਂ ਸੰਬੰਧ ਪੈਦਾ ਕਰ ਸਕਦੇ ਹਾਂ, ਕਿਉਂਕਿ ਯਿਸੂ ਹੀ ਪ੍ਰਭੂ, ਪਰਮੇਸ਼ਰ ਅਤੇ ਆਦਮੀ ਦਾ ਸਰੂਪ ਸੀ। ਕਈ ਵਾਰ ਅਸੀਂ ਕਹਿੰਦੇ ਹਾਂ ਪਰਮੇਸ਼ਰ ਕੋਲ ਪਹੁੰਚਣ ਦਾ ਰਸਤਾ ਬਹੁਤ ਤੰਗ ਹੈ। ਕਹਿਣ ਦਾ ਭਾਵ ਹੁੰਦਾ ਹੈ ਕਿ ਪਰਮੇਸ਼ਰ ਕੋਲ ਜਾਣ ਲਈ ਅਤੇ ਵਿਸ਼ਵਾਸ ਕਰਕੇ ਬਹੁਤ ਦੁੱਖ, ਮੁਸ਼ਕਲਾਂ ਅਤੇ ਤੰਗੀਆਂ ਸਹਿਣੀਆਂ ਪੈਂਦੀਆਂ ਹਨ। ਪਰਮੇਸ਼ਰ ਕੋਲ ਜਾਣ ਲਈ ਸੌਖਾ ਰਸਤਾ ਨਹੀਂ ਹੈ, ਬਹੁਤ ਔਖਾ ਹੈ। ਸਭ ਕੁਛ ਮੁਸ਼ਕਲਾਂ ਸਹਿਣ ਤੋਂ ਮਗਰੋਂ ਅੰਤ ਵਿੱਚ ਪਰਮੇਸ਼ਰ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ਦਾ ਹੈ, ਅਨੰਤ ਜੀਵਨ ਦਿੰਦਾ ਹੈ, ਸਵਰਗੀ ਜ਼ਿੰਦਗੀ ਦਿੰਦਾ ਹੈ। ਪਰਮੇਸ਼ਰ ਰਸਤੇ ਨੂੰ ਖੁੱਲ੍ਹਾ ਅਤੇ ਚੌੜਾ ਕਰ ਸਕਦਾ ਹੈ ਜੇਕਰ ਸੰਸਾਰ ਦੇ ਸਭ ਲੋਕ ਪ੍ਰਭੂ ਪਰਮੇਸ਼ਰ ਪਰ ਵਿਸ਼ਵਾਸ ਕਰਨ ਲੱਗ ਪੈਣ ਅਤੇ ਸਭ ਸੰਸਾਰ ਦੇ ਲੋਕ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਣ ਲੱਗ ਪੈਣ। ਅਸੀਂ ਪਿਤਾ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਸ ਨੇ ਸਾਨੂੰ ਉਸ ਦੇ ਕੋਲ ਪਹੁੰਚਣ ਦਾ ਯਕੀਨਨ ਰਸਤਾ ਦਿਖਾਇਆ ਹੈ। ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਰਾਹ ਦੁਆਰਾ ਅਸੀਂ ਪਿਤਾ ਕੋਲ ਪਹੁੰਚ ਸਕਦੇ ਹਾਂ। ਸੱਤ ਦੇ ਤੌਰ 'ਤੇ ਪ੍ਰਭੂ ਯਿਸੂ ਹੀ ਪਰਮੇਸ਼ਰ ਦੇ ਸਭ ਪ੍ਰੋਮਿਸਿਸ, ਪ੍ਰਤਿਗਿਆਵਾਂ ਦੀ ਸੱਚਾਈ ਹੈ। ਜੀਵਨ ਦੇ ਤੌਰ 'ਤੇ ਪ੍ਰਭੂ ਯਿਸੂ ਆਪਣੇ ਸਵਰਗੀ ਜੀਵਨ ਦੇ ਨਾਲ ਸਾਨੂੰ ਮਾਫ ਕਰਕੇ ਸਵਰਗੀ ਜੀਵਨ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਨਾ ਦੇਖੇ ਜਾਣ ਵਾਲੇ ਪਰਮੇਸ਼ਰ ਦਾ ਦੇਖੇ ਜਾਣ ਵਾਲਾ ਸਰੂਪ ਹੈ। ਪ੍ਰਭੂ ਨੇ ਉਹੀ ਚਮਤਕਾਰ, ਚਿੰਨ੍ਹ ਦਿਖਾਏ, ਬਿਮਾਰਾਂ ਨੂੰ ਠੀਕ ਕੀਤਾ, ਮੁਰਦਿਆਂ ਨੂੰ ਜਿਉਂਦੇ ਕੀਤਾ, ਜੋ ਪਰਮੇਸ਼ਰ ਕਰ ਸਕਦਾ ਸੀ। ਮੇਰੇ ਭੈਣ ਭਰਾਵੋ, ਪਰਮੇਸ਼ਰ ਦੀ ਖੋਜ ਕਰਨ ਅਤੇ ਸੱਚਾਈ ਦੀ ਖੋਜ ਕਰਨ ਲਈ ਪ੍ਰਭੂ ਯਿਸੂ ਪਰ ਵਿਸ਼ਵਾਸ ਕਰਨਾ ਜ਼ਰੂਰੀ ਹੈ, ਕਿਉਂਕਿ ਪਰਮੇਸ਼ਰ ਨੇ ਸਭ ਅਧਿਕਾਰ ਆਪਣੇ ਪੁੱਤਰ ਯਿਸੂ ਮਸੀਹ ਨੂੰ ਦੇ ਦਿੱਤੇ ਹਨ। ਅਸੀਂ ਪੜ੍ਹ ਸਕਦੇ ਹਾਂ ਕੋਲੋਸੀਅਨ ਚੈਪਟਰ 1 ਵਰਸ 15, ਹੈਬਰੀ ਚੈਪਟਰ 1 ਵਰਸ 1 till 4, ਕੋਲੋਸੀਅਨ ਦੀ ਕਿਤਾਬ ਚੈਪਟਰ 1 ਤੇ 15 ਆਇਤ, ਇਬਰਾਨੀਆਂ ਦੀ ਕਿਤਾਬ ਚੈਪਟਰ 1 ਤੋਂ 4 ਆਇਤਾਂ ਵਿੱਚ ਪੜ੍ਹ ਸਕਦੇ ਹਾਂ। ਪ੍ਰਭੂ ਯਿਸੂ ਨੇ ਆਪਣੇ ਵਿਸ਼ਵਾਸੀ ਚੇਲਿਆਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿੱਤੀ ਹੈ, ਜਿਸ ਨਾਲ ਉਹ ਭੂਤਾਂ ਨੂੰ ਕੱਢ ਸਕਦੇ ਹਨ, ਮੁਰਦਿਆਂ ਨੂੰ ਜਿਉਂਦੇ ਕਰ ਸਕਦੇ ਹਨ, ਹਰ ਬਿਮਾਰੀ ਨੂੰ ਠੀਕ ਕਰ ਸਕਦੇ ਹਨ। ਚੇਲੇ ਅੱਜ ਵੀ ਪ੍ਰਭੂ ਯਿਸੂ ਦਾ ਕੰਮ ਪਵਿੱਤਰ ਆਤਮਾ ਦੇ ਰਾਹੀਂ ਕਰ ਰਹੇ ਹਨ ਅਤੇ ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਨੂੰ ਸੰਸਾਰ ਦੇ ਸਭ ਲੋਕਾਂ ਤੱਕ ਪਹੁੰਚਾ ਰਹੇ ਹਨ। ਪ੍ਰਭੂ ਯਿਸੂ ਕਹਿੰਦੇ, ਮੇਰਾ ਨਾਂ ਤੇ ਕੁਝ ਵੀ ਮੰਗ ਸਕਦੇ ਹੋ। ਮੇਰੇ ਭੈਣ ਭਰਾਵੋ, ਇਹ ਖਿਆਲ ਰੱਖਣਾ ਕਿ ਅਸੀਂ ਪਰਮੇਸ਼ਰ ਦੀ ਇੱਛਾ ਅਨੁਸਾਰ ਪ੍ਰਭੂ ਪਰਮੇਸ਼ਰ ਕੋਲ ਮੰਗਣਾ ਹੈ, ਨਾ ਕਿ ਅਸੀਂ ਆਪਣੀ ਇੱਛਾ ਨਾਲ, ਪਰਮੇਸ਼ਰ ਦੀ ਇੱਛਾ ਨਾਲ ਮੰਗਣਾ ਹੈ। ਅਸੀਂ ਪੜ੍ਹ ਸਕਦੇ ਹਾਂ ਜੂਨਾ ਦਾ ਪਹਿਲਾ ਖੱਤ ਚੈਪਟਰ 5 13 ਤੋਂ 15 ਆਇਤਾਂ, ਫਸਟ ਲੈਟਰ ਆਫ ਜੌਨ ਚੈਪਟਰ 5 ਵਰਸਿਸ 13 till 15। ਪਰਮੇਸ਼ਰ ਸਾਡੀਆਂ ਬੇਨਤੀਆਂ, ਅਰਦਾਸਾਂ ਨੂੰ ਫਿਰ ਹੀ ਸਵੀਕਾਰ ਕਰੇਗਾ ਜੇਕਰ ਅਸੀਂ ਉਸ ਦੀ ਇੱਛਾ ਅਨੁਸਾਰ ਮੰਗਾਂਗੇ। ਮੇਰੇ ਭੈਣ ਭਰਾਵੋ, ਪ੍ਰਭੂ ਪਿਤਾ ਪਰਮੇਸ਼ਰ ਉੱਪਰ ਵਿਸ਼ਵਾਸ ਕਰੋ। ਪ੍ਰਭੂ ਯਿਸੂ ਕਹਿੰਦੇ, ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ, ਅਸੀਂ ਦੋਨੇ ਇੱਕ ਹੀ ਹਾਂ। ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ। ਪਿਤਾ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਸਾਡੀਆਂ ਬੇਨਤੀਆਂ ਨੂੰ ਜ਼ਰੂਰ ਪੂਰਾ ਕਰੇਗਾ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਜੂਨਾ ਦੀ ਅੰਜੀਲ, ਸੰਤ ਜੂਨਾ ਦੀ ਅੰਜੀਲ ਚੈਪਟਰ 15 ਤੇ 16 ਆਇਤ।
संत यूहन्ना दी इंजील चैप्टर 16 ਤੇ 23 ਐਤ 23, St. John chapter 15 verse 16, St. John chapter 16 verse 23। ਮੇਰੇ ਭੈਣ ਭਰਾਵੋ, ਪਿਤਾ ਪਰਮੇਸ਼ਰ ਪ੍ਰਭੂ ਯਿਸੂ ਆਪ ਸਾਰਿਆਂ ਨੂੰ ਬਹੁਤ ਬਹੁਤ ਬਰਕਤਾਂ ਦਾ ਅਸੀਸਾਂ ਦੇ ਭਾਗੀਦਾਰ ਬਣਾਵੇ, ਸਵਰਗੀ ਜੀਵਨ ਦੇਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪ੍ਰਭੂ ਜੀ। ਮੇਰੇ ਭੈਣ ਭਰਾਵੋ, ਅੱਜ ਸੰਤ ਫਿਲਿਪ ਤੇ ਸੰਤ ਜੇਮਸ ਦੀ ਫੀਸਟ ਹੈ। ਇਹ ਪ੍ਰਭੂ ਯਿਸੂ ਦੇ ਬਹੁਤ ਵਿਸ਼ਵਾਸੀ ਚੇਲੇ ਸਨ। ਪ੍ਰਭੂ ਨੇ ਫਿਲਿਪ ਨੂੰ ਕਿਹਾ, ਫੋਲੋ ਮੀ, ਇਹ ਮੇਰੇ ਪਿੱਛੇ ਚੱਲ। ਫਿਲਿਪ ਪਹਿਲਾਂ यूहन्ना बपतिस्मा देने वाला ਤੇ ਵਿਸ਼ਵਾਸੀਆਂ ਨਾਲ ਸੰਬੰਧ ਰੱਖਦਾ ਸੀ। ਇਸ ਦਾ ਜ਼ਿਕਰ ਅਸੀਂ ਪੜ੍ਹ ਸਕਦੇ ਹਾਂ ਚੇਲਿਆਂ ਦੇ ਕਰਤੱਵ ਚੈਪਟਰ 6 ਦੇ 5 ਆਇਤ, ਐਕਟਸ ਚੈਪਟਰ 6 ਵਰਸ 5। ਬੈਤਸੈਦਾ ਦਾ ਫਿਲਿਪ ਰਹਿਣ ਵਾਲਾ ਸੀ ਤੇ 80 AD ਵਿੱਚ ਫਿਲਿਪ ਨੂੰ ਸ਼ਹੀਦ ਕੀਤਾ ਗਿਆ। AD 80 ਵਿੱਚ ਫਿਲਿਪ ਨੂੰ ਸ਼ਹੀਦ ਕੀਤਾ ਗਿਆ ਸੀ। ਯਕੂਬ ਪ੍ਰਭੂ ਦਾ ਪਹਿਲਾ ਚੇਲਾ ਸੀ ਜਿਸ ਨੂੰ AD 44 ਵਿੱਚ ਸ਼ਹੀਦ ਕੀਤਾ ਗਿਆ ਸੀ। AD 44 AD ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਤੇ ਯਕੂਬ ਦਾ ਅਸੀਂ ਇੱਕ ਖੱਤ ਪੁਰਾਣੇ ਨੇਮ ਵਿੱਚ ਵੀ ਪੜ੍ਹਦੇ ਹਾਂ। ਅਸੀਂ ਸੰਤ ਫਿਲਿਪ ਤੇ ਸੰਤ ਜੇਮਸ ਨੂੰ ਸਾਡੇ ਸਭ ਲਈ ਪ੍ਰਭੂ ਪਿਤਾ ਪਰਮੇਸ਼ਰ ਦੇ ਅੱਗੇ ਸਵਰਗ ਵਿੱਚ ਪ੍ਰਾਰਥਨਾ ਕਰਨ ਲਈ ਸਿਫਾਰਿਸ਼ ਕਰਦੇ ਹਾਂ ਕਿ ਪ੍ਰਭੂ ਸਾਨੂੰ ਵੀ ਸਾਡੇ ਵਿਸ਼ਵਾਸ 'ਚ ਪੱਕੇ ਰਹਿਣ ਲਈ ਅਤੇ ਹਰ ਸ਼ੈਤਾਨੀ ਹਰ ਬਿਮਾਰੀ ਤੋਂ ਬਚਾ ਰੱਖੇ। ਆਮੀਨ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੀਏ, ਪ੍ਰਾਰਥਨਾ ਕਰੀਏ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ, 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 ਹਾਲੇਲੂਇਆ। ਯਿਸੂ ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਅੱਜ ਆਪ ਧੰਨਵਾਦ ਕਰਦੇ ਕਰਦੇ ਹਾਂ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪਿਤਾ ਪਰਮੇਸ਼ਰ, ਪੂਰੀ ਕੁਦਰਤ ਜ਼ਮੀਨ ਦੇ ਅਸਮਾਨ ਦੇ ਪੈਦਾ ਕਰਨ ਵਾਲੇ ਸਰਵ ਸ਼ਕਤੀਮਾਨ ਸਾਡੇ ਮੁਕਤੀਦਾਤਾ ਯਿਸੂ ਮਸੀਹ, ਥੈਂਕ ਯੂ, ਥੈਂਕ ਯੂ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਸ਼ੁਕਰ ਅੱਜ ਦੇ ਵਕਤ ਦੇ ਸਮੇਂ ਲਈ, ਅੱਜ ਦੇ ਵਚਨਾਂ ਲਈ ਧੰਨਵਾਦ ਕਰਦੇ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਜਿਹਨੇ ਵੀ ਭੈਣ ਭਰਾ ਆਪਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਆਪਦੇ ਅੱਗੇ ਦੁਆਵਾਂ ਕਰਦੇ ਪਏ, ਸਾਡੇ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਯਿਸੂ ਨਾਮ ਜੀ। ਘਰ ਵਿੱਚ ਸ਼ਾਂਤੀ ਨੂੰ, ਬੱਚਿਆਂ ਦੇ ਰਹਿਮ ਕਰਨਾ, ਦਇਆ ਕਰਨੀ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯਿਸੂ, ਆਪਦੇ ਵਚਨ ਸੱਚੇ ਨੇ ਪਿਤਰਾਂ ਧੰਨ ਯਿਸੂ, ਤੇਰੇ ਨਾਮ ਦੀ ਮੈਂ ਤੇਰੇ ਨਾਮ ਦੀ ਵਡਿਆਈ ਤੇਰੇ ਕਰਦੇ ਪਏ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਪ੍ਰਭੂ ਯਿਸੂ ਕਿਹਾ ਕਿ ਮੈਂ ਪਿਤਾ ਵਿੱਚ ਹੈ, ਪਿਤਾ ਮੇਰੇ ਵਿੱਚ ਹੈ, ਅਸੀਂ ਦੋ ਨਹੀਂ, ਅਸੀਂ ਇੱਕ ਹੀ ਹਾਂ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਵਿਸ਼ਵਾਸ ਕਰਦੇ ਹਾਂ, ਨਿਸ਼ਚੈ ਕਰਦੇ ਆਪ ਨੂੰ ਪਿਆਰ ਕਰਦੇ ਪਏ ਯਿਸੂ ਜੀ। ਤੁਸੀਂ ਸਾਡੇ ਸਵਰਗੀ ਡਾਕਟਰ ਹੋ ਯਿਸੂ ਜੀ। ਆਪਦੇ ਉੱਪਰ ਵਿਸ਼ਵਾਸ ਕਰਕੇ ਆਪਦੇ ਦੁਆਵਾਂ ਕਰਦੇ, ਬੇਨਤੀਆਂ ਕਰਦੇ ਪਏ ਯਿਸੂ ਜੀ। ਆਪਦੇ ਪਿੱਤਰ ਚੰਨ ਜਾਣ ਕੇ ਬੇਨਤੀਆਂ ਕਰਦੇ, ਮਿੰਨਤਾਂ ਕਰਦੇ ਪਏ ਯਿਸੂ ਨਾਲ। ਅਸੀਂ ਜਿੰਨੇ ਵੀ ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਨੇ, ਹਸਪਤਾਲ 'ਚ ਬਾਹਰ ਪਏ ਯਿਸੂ ਜੀ, ਸਭ ਤੇ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ। ਜੋ ਵੀ ਨਸੀਬ 'ਚ ਦੁੱਖ ਤਕਲੀਫ ਬਿਮਾਰੀ ਪਈ ਯਿਸੂ ਜੀ, ਆਪਦੇ ਪਿੱਤਰ ਨਾਲ ਸ਼ੁਕਰ ਕਰੋ, ਤੰਦਰੁਸਤ ਸੋਚेंगे ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਲੇਲੂਇਆ ਯਿਸੂ ਨਾਮ ਜੀ, ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ ਯਿਸੂ। ਆਪਦੇ ਪਿੱਤਰ ਚਰਨ ਦਵਾ ਕਰਦੇ, ਬੇਨਤੀ ਕਰਦੇ ਹਾਂ ਆਪਣੇ ਭਰਾ ਪਾਸਟਰ ਹਰਬੰਸ ਲਈ ਯਿਸੂ, ਜੋ ਵੀ ਦੁੱਖ ਤਕਲੀਫ ਬਿਮਾਰੀ ਕਮਜ਼ੋਰੀ ਯਿਸੂ ਜੀ, ਪਲੀਜ਼ ਯਿਸੂ ਉਸ ਨੂੰ ਤੰਦਰੁਸਤ ਸੋਚेंगे ਰਹੋ, ਫਿਰ ਤੋਂ ਦੁਬਾਰਾ ਆਪਦਾ ਕੰਮ ਸ਼ੁਰੂ ਕਰੇ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਜਿਹਨਾਂ ਭੈਣ ਭਰਾਵਾਂ ਨੇ ਪ੍ਰਭੂ ਯਿਸੂ ਪ੍ਰਾਰਥਨਾ ਕਰ ਲਿਆ ਕਰ ਯਿਸੂ ਜੀ, ਜੇ ਸਾਡੇ ਭੈਣ ਭਰਾ ਘਰਾਂ ਵਿੱਚ ਮਾਰਨ, ਹਸਪਤਾਲ 'ਚ ਮਾਰ ਪਏ ਯਿਸੂ, ਉਹਨਾਂ ਸਭ ਲਈ ਦੁਆ ਕਰਦੇ, ਬੇਨਤੀ ਕਰਦੇ ਯਿਸੂ ਜੀ। ਪਲੀਜ਼ ਯਿਸੂ, ਜੋ ਵੀ ਉਹਨਾਂ ਸਰੀਰ 'ਚ ਬਿਮਾਰੀ, ਦੁੱਖ ਤਕਲੀਫ ਬਿਮਾਰੀ ਤੁਸੀਂ ਜਾਣਦੇ ਹੋ, ਪਰ ਯਿਸੂ ਨਾਮ ਜੀ, ਉਹ ਸਭ ਭੈਣ ਭਰਾ ਆਪਦੀ ਵਿਸ਼ਵਾਸੀ ਭੈਣ ਭਰਾ ਯਿਸੂ ਜੀ, ਪਲੀਜ਼ ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਸਰੀਰਾਂ ਨੂੰ ਤੰਦਰੁਸਤ ਚੰਗੇ ਤਰ੍ਹਾਂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਲੇਲੂਇਆ ਯਿਸੂ ਨਾਮ ਜੀ। ਜੇ ਸਾਡੇ ਭੈਣ ਭਰਾ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਇੰਡੀਆ ਵਿੱਚ ਬਹੁਤ ਪੀੜਤ ਹੋ ਰਹੇ ਹਨ ਯਿਸੂ ਜੀ, ਪਲੀਜ਼ ਯਿਸੂ ਇਸ ਬਿਮਾਰੀ ਨੂੰ ਜਲਦੀ ਜਲਦੀ ਨਰਕ ਵਿੱਚ ਸੁੱਟ ਯਿਸੂ ਨਾਮ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀ। ਇਸ ਬਿਮਾਰੀ ਨੂੰ ਜਲਦੀ ਜਲਦੀ ਨਸ਼ਟ ਕਰ ਦਿਓ ਯਿਸੂ ਜੀ। ਥੈਂਕ ਯੂ ਜੀ। ਅਸੀਂ ਆਪਦਾ ਬਹੁਤ ਧੰਨਵਾਦ ਕਰਦੇ ਹਾਂ ਜੇ ਸਾਡੇ ਭੈਣ ਭਰਾ ਜਿਨ੍ਹਾਂ ਦੀਆਂ ਰੂਹਾਂ ਇਹਨਾਂ ਇਸ ਮਰ ਦੇ ਕਾਰਨ ਆਪਦੇ ਕੋਲ ਆਈਆਂ ਪਏ ਯਿਸੂ ਜੀ, ਪਲੀਜ਼ ਯਿਸੂ ਨੂੰ ਸਵਰਗੀ ਸ਼ਾਂਤੀ ਦੇਣੀ, ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਤੇ ਹੌਸਲਾ ਦੇਣਾ ਪਏ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਲੇਲੂਇਆ, ਹਾਲੇਲੂਇਆ ਯਿਸੂ। ਨਰਸਾਂ ਲਈ, ਡਾਕਟਰਾਂ ਲਈ, ਹਸਪਤਾਲ ਕੰਮ ਕਰਨੇ ਭੈਣ ਭਰਾ ਦੁਆ ਕਰਦੇ ਪਏ ਯਿਸੂ ਜੀ, ਪਲੀਜ਼ ਉਹਨਾਂ ਤੇ ਕਿਰਪਾ ਕਰੋ, ਵੀ ਤੁਹਾਡੀ ਮੈਂ ਗਵਾਹ ਕਰੋ ਪਏ ਯਿਸੂ ਜੀ, ਹਰ ਬਿਮਾਰੀ ਤੋਂ ਬਚਾ ਕਰੋ ਪਏ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਲੇਲੂਇਆ ਯਿਸੂ ਨਾਮ ਜੀ। ਅਸੀਂ ਆਪਦੇ ਅੱਗੇ ਦੁਆ ਕਰਦੇ, ਸਾਡੇ ਭੈਣ ਭਰਾ ਪ੍ਰਚਾਰ ਕਰਦੇ, ਫਾਦਰ ਲੋਕ, ਸਿਸਟਰ, ਪਾਸਟਰ ਲੋਕ,
ਚਰਚਾਂ ਦੇ ਲੀਡਰ ਪ੍ਰਭੂ ਯਿਸੂ ਤੇਰੇ ਨਾਮ ਨੂੰ ਤੇਰੇ ਵਚਨ ਨੂੰ ਸ਼ੇਅਰ ਕਰਦੇ ਹਨ, ਬੁਲਾਉਂਦੇ ਹਨ ਪ੍ਰਭੂ ਯਿਸੂ ਸਭ ਤੇਰੇ ਨਾਮ ਕਰਨ ਦਇਆ ਕਰਨੀ, ਹਰ ਬਿਮਾਰੀ ਤੋਂ ਬਚਾ ਕਰ ਯਿਸੂ ਨਾਮ ਜੀ, ਆਉਣ ਵਾਲੇ ਵਕਤ ਵਿੱਚ ਉਹਨਾਂ ਦੀ ਸਹਾਇਤਾ ਕਰਨੀ, ਮਦਦ ਕਰਨੀ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ, ਹਾਲੇਲੂਇਆ ਯਿਸੂ ਨਾਮ ਜੀ। ਆਦਾ ਵਚਨ ਸੱਚਾ ਪਿਤਰਾ ਧੰਨ ਪ੍ਰਭੂ ਯਿਸੂ ਜੀ, ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਸਾਡੇ ਭੈਣਾਂ ਘਰਾਂ ਵਿੱਚ ਪਰੇਸ਼ਾਨ ਹਨ, ਕਿਸੇ ਕਾਰਨ ਵੀ ਪਰੇਸ਼ਾਨ ਦੁਖੀ ਹਨ ਪ੍ਰਭੂ ਯਿਸੂ, ਪਲੀਜ਼ ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਪਲੀਜ਼ ਪ੍ਰਭੂ ਯਿਸੂ ਉਹਨਾਂ ਦੀ ਮਦਦ ਕਰਾਓ, ਸਹਾਇਤਾ ਕਰੋ, ਉਹਨਾਂ ਦੇ ਹਰ ਪਰੇਸ਼ਾਨੀਆਂ ਨੂੰ ਹਰ ਦੁੱਖਾਂ ਨੂੰ ਦੂਰ ਕਰੋ ਪ੍ਰਭੂ ਯਿਸੂ ਜੀ। ਇਹ ਸਾਡੇ ਨੌਜਵਾਨ ਭਰਾ ਨਸ਼ਾ ਕਰਦੇ ਹਨ, ਡਰੱਗ ਕਰਦੇ ਪ੍ਰਭੂ ਯਿਸੂ ਜੀ, ਪਲੀਜ਼ ਉਹਨਾਂ ਨੂੰ ਬੁਰੀਆਂ ਆਦਤਾਂ ਤੋਂ ਉਹਨਾਂ ਨੂੰ ਬਚਾਓ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਮ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਐ ਮਾਂ ਮਰੀਮ, ਸੰਤ ਰੀਮਾ ਟਰੀਜ਼ਾ, ਸਾਰੇ ਸੰਤ ਦੇ ਫਰਿਸ਼ਤੇ, ਸੰਤ ਫਿਲਿਪ, ਸੰਤ ਜੇਮਸ, ਪਲੀਜ਼ ਅਸੀਂ ਆਪਦੇ ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ, ਤੁਸੀਂ ਸਵਰਗਾਂ ਚੋਂ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਪ੍ਰਭੂ ਯਿਸੂ ਨਾਮ ਜੀ, ਆਪਦੀ ਸ਼ਕਤੀ ਨਾਲ, ਆਪਦੇ ਪਿੱਤਰ ਹੱਥਾਂ ਦੇ ਨਾਲ ਪ੍ਰਭੂ ਯਿਸੂ ਨਾਮ ਜੀ, ਪਲੀਜ਼ ਆਪਦੇ ਪਿੱਤਰ ਸਾਹ ਦੇ ਨਾਲ ਇਹ ਜੋ ਬਿਮਾਰੀ ਕੋਰੋਨਾ ਵਾਇਰਸ ਦੀ ਬਿਮਾਰੀ ਆ, ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਨਸ਼ਟ ਕਰ ਦਿਓ ਪ੍ਰਭੂ ਯਿਸੂ। ਜੇ ਇੰਡੀਆ ਸਾਡੇ ਭੈਣ ਭਰਾ ਬਹੁਤ ਬਿਮਾਰ ਹੋ ਰਹੇ ਹੈ ਪ੍ਰਭੂ ਯਿਸੂ ਜੀ, ਪਲੀਜ਼ ਪ੍ਰਭੂ ਯਿਸੂ ਨਾਲ ਸਭ ਤੇ ਰਹਿਮ ਕਰੋ, ਦਇਆ ਕਰੋ, ਸਭ ਨੂੰ ਤੰਦਰੁਸਤ ਚੰਗਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ ਹਾਲੇਲੂਇਆ ਯਿਸੂ ਨਾਮ ਜੀ। ਤੇਰਾ ਨਾਮ ਪਵਿੱਤਰ, ਤੇਰਾ ਨਾਮ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਤਰੁਸਤ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਤੁਸੀਂ ਸਭ ਦੀ ਦੁਆ ਸੁਣਦੇ ਹੋ, ਸਾਡੀ ਦੁਆ ਸੁਣਨਾ, ਪ੍ਰਾਰਥਨਾ ਸੁਣਨਾ, ਆਪਦੇ ਪਿੱਤਰ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ। ਥੈਂਕ ਯੂ ਜੀਸਸ ਹਾਲੇਲੂਇਆ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਸਿਖਾਈ ਪ੍ਰਾਰਥਨਾ ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਇਸ ਮੈਚ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਜਲਾਲ ਸਦਾ ਹਮੇਸ਼ਾ ਆਪਦੇ ਹਨ, ਆਮੀਨ। ਮਾਂ ਮਰੀਮ ਦੇ ਸਾਰੇ ਸੰਤਾਂ ਦੇ ਫਰਿਸ਼ਤਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਸਪਰਸ਼ ਕਰਦੇ ਹਾਂ ਕਿ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਅੱਗੇ ਦੁਆ ਕਰਨ, ਪ੍ਰਾਰਥਨਾ ਕਰਨ ਸਾਡੇ ਇੰਡੀਆ ਭੈਣ ਭਰਾਵਾਂ ਦੇ ਲਈ ਜਿੱਥੇ ਬਹੁਤ ਕੋਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੈ। ਪਲੀਜ਼ ਪ੍ਰਭੂ ਯਿਸੂ ਆਪਦੇ ਪਿੱਤਰ ਸਾਹ ਦੇ ਨਾਲ ਉਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਨਰਕ ਦੇ ਅੱਗ ਵਿੱਚ ਸੁੱਟ ਦੇਵੇ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਲਾਮ ਹੈ ਮਰੀਮ ਵਜਨਾ ਭਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਹਨਾ ਨਾਲ ਤਾਹਨਾ ਤੇਰੇ ਪੇਟ ਦਾ ਫਲ ਯਿਸੂ। ਐਜ਼ਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਮਾਂ ਬੇਟਾ ਤ੍ਰਿਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐਵੇਂ ਨੇਤ ਮੇਰਮਾ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਵੱਲ ਖਿੱਚ ਲੈ, ਖਾਸ ਕਰਕੇ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ। ਗੋਡ ਬਲੈਸ ਯੂ ਆਲ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ, ਬਾਪ ਬੇਟਾ ਤ੍ਰਿਪਾ ਨਾਮ ਤੇ, ਆਮੀਨ।